Hello everyone, welcome to Saval Classes. ਮਿਸ਼ਨ EDT 2364 ਪੋਸਟ ਦੇ ਪੰਜਾਬੀ ਵਿਸ਼ੇ ਦੇ MCQs ਦਾ ਲੈਕਚਰ ਅੱਜ 22ਵਾਂ ਹੈ। ਰੋਜ਼ਾਨਾ ਦੀ ਤਰ੍ਹਾਂ ਪੰਜਾਬੀ ਵਿਸ਼ੇ ਦੇ ਉੱਪਰ ਆਪਾਂ ਮੋਸਟ ਇੰਪੋਰਟੈਂਟ MCQs ਆਪਣੀ ਜਿਹੜੀ ਹੈ ਧਮਾਕੇਦਾਰ ਸੀਰੀਜ਼ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਅੱਜ ਦੇ ਕੁਝ ਹੋਰ ਨਵੇਂ MCQs ਜੋ ਕਿ ਤੁਹਾਨੂੰ ਵਧੀਆ ਜਿਹੜੇ ਲੱਗਣਗੇ, ਤੁਹਾਡੀ ਤਿਆਰੀ ਦੇ ਵਿੱਚ ਇੱਕ ਚੰਗਾ ਫਾਇਦਾ ਹੋਏਗਾ। ਇਸ ਤੋਂ ਪਹਿਲਾਂ ਵੀ ਆਪਾਂ YouTube ਦੇ ਉੱਪਰ 45 ਜਿਹੜੇ ਲੈਕਚਰ ਹੈ ਆਪਣੇ ਪੰਜਾਬੀ ਵਿਸ਼ੇ ਦੇ ਉੱਪਰ ਲੱਗ ਚੁੱਕੇ ਹੈ। ਤੁਸੀਂ ਉਹ 45 ਵੀਡੀਓਜ਼ ਵੀ ਜ਼ਰੂਰ ਦੇਖਣ, ਠੀਕ ਹੈ। ਉਹਦੇ ਵਿੱਚ ਜਿਵੇਂ ਪੂਰਾ ਸਿਲੇਬਸ ਜਿਵੇਂ ਆਪਾਂ ਕਵਰ ਕੀਤਾ ਹੋਇਆ, ਤਾਂ ਇਹਨਾਂ ਦੇ ਵਿੱਚੋਂ ਆਪਾਂ ਜਿਹੜੇ ਹੁਣ 22 ਲੈਕਚਰ ਜਿਹੜੇ ਲਗਾ ਰਹੇ ਹਾਂ, ਉਹ 45 ਲੈਕਚਰ ਦੇ ਵਿੱਚੋਂ ਕੁਝ ਜਿਹੜੇ ਮੋਸਟ ਇੰਪੋਰਟੈਂਟ ਟੌਪਿਕ ਜਿਹੜੇ ਹੈ ਕੁਐਸਚਨ ਹੈ, ਉਹ ਧਮਾਕੇਦਾਰ ਸੀਰੀਜ਼ ਦੇ ਵਿੱਚ ਜਿਹੜੇ ਹੈ ਨਾਮ ਦੇ ਉੱਪਰ ਆਪਾਂ ਕਲੈਕਟ ਕੀਤੀ ਗਈ ਹੈ। ਤਾਂ 45 ਲੈਕਚਰ ਦੇ ਵਿੱਚ ਘੱਟੋ ਘੱਟ ਆਪਾਂ 1500 MCQs ਜਿਹੜੇ ਹੈ ਉਹ ਡਿਸਕਸ ਕੀਤੇ ਸੀਗੇ ਜੀ। ਤਾਂ ਇਹ ਜਿਹੜੇ ਤੁਹਾਨੂੰ ਪਤਾ ਹੀ ਹੈ ਕਿ ਜੋ ਧਮਾਕੇਦਾਰ ਸੀਰੀਜ਼ ਚੱਲ ਰਹੀ ਹੈ, ਇਸ ਦੇ ਵਿੱਚ ਆਪਾਂ 700 MCQs ਜਿਹੜੇ ਹੈ ਮੋਸਟ ਇੰਪੋਰਟੈਂਟ ਉਹਨਾਂ ਦਾ ਜਿਹੜਾ ਟਾਰਗੇਟ ਹੈ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਠੀਕ ਹੈ ਜੀ। ਇਹ ਆਪਾਂ ਡਿਸਕਸ ਜਿਹੜਾ ਹੈ ਆਪਣਾ ਪੂਰਾ ਕੰਪਲੀਟ ਹੋ ਰਿਹਾ ਜੀ। ਇੱਥੇ ਕੁਐਸਚਨ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ, ਪਹਿਲਾ ਤੁੱਤਾਂ ਵਾਲਾ ਖੂਹ ਨਾਵਲ ਦਾ ਰਚਨਾਕਾਰ ਕੌਣ ਹੈ ਜੀ? ਸੋਹਣ ਸਿੰਘ ਸ਼ੀਤਲ, ਗੁਰਦਿਆਲ ਸਿੰਘ, ਨਾਨਕ ਸਿੰਘ ਜਾਂ ਮੋਹਨ ਸਿੰਘ। ਤੁੱਤਾਂ ਵਾਲਾ ਖੂਹ ਆਪਾਂ ਨਾਵਲ ਪੜ੍ਹਿਆ ਹੋਇਆ ਜੀ, ਬਿਲਕੁਲ ਇਸ ਦਾ ਸਹੀ ਆਨਸਰ ਹੈ ਜੀ ਪਹਿਲਾ ਆਪਸ਼ਨ ਸੋਹਣ ਸਿੰਘ ਸ਼ੀਤਲ ਦਾ ਇਹ ਨਾਵਲ ਹੈ ਜੀ। ਯਾਦ ਰੱਖਿਓ, ਤੁੱਤਾਂ ਵਾਲਾ ਖੂਹ ਸੋਹਣ ਸਿੰਘ ਸ਼ੀਤਲ ਜੀ। ਥੋੜਾ ਜਿਹਾ ਤੁੱਕਾ ਯਾਦ ਰੱਖ ਲਿਆ ਕਰੋ। ਤੁੱਤਾਂ ਵਾਲਾ ਦਾ ਜਿਹੜਾ ਖੂਹ ਦਾ ਪਾਣੀ ਜਿਹੜਾ ਉਹ ਸ਼ੀਤਲ ਹੈ ਜੀ, ਸ਼ੀਤਲ ਮਤਲਬ ਠੰਡਾ। ਪੋਹ ਫਟਾਲੇ ਤੋਂ ਪਹਿਲਾਂ ਦਾ ਰਚਨਾਕਾਰ ਦੱਸੋ ਜੀ? ਗੁਰਦਿਆਲ ਸਿੰਘ, ਸੋਹਣ ਸਿੰਘ ਸ਼ੀਤਲ, ਨਾਨਕ ਸਿੰਘ ਜਾਂ ਕਰਤਾਰ ਸਿੰਘ। ਇਸ ਦਾ ਸਹੀ ਆਨਸਰ ਹੈ ਜੀ ਪਹਿਲਾ ਆਪਸ਼ਨ ਪੋਹ ਫਟਾਲੇ ਤੋਂ ਪਹਿਲਾਂ ਗੁਰਦਿਆਲ ਸਿੰਘ ਦੀ ਜਿਹੜੀ ਹੈ ਰਚਨਾ ਹੈ ਜੀ। ਪ੍ਰਸ਼ਨ ਨੰਬਰ ਤੀਸਰਾ ਦੇਖਦੇ ਹਾਂ, ਮੇਰੀ ਬੁੱਕਲ ਦੇ ਵਿੱਚ ਚੋਰ ਕਵਿਤਾ ਦਾ ਕਵੀ ਦੱਸੋ ਜੀ। ਮੇਰੀ ਬੁੱਕਲ ਦੇ ਵਿੱਚ ਚੋਰ, ਚੋਰ ਮਤਲਬ ਰੱਬ ਦੀ ਗੱਲ ਕੀਤੀ ਗਈ ਹੈ। ਸ਼ਾਹ ਹੁਸੈਨ ਜਾਂ ਬੁੱਲੇ ਸ਼ਾਹ ਜਾਂ ਸ਼ੇਖ ਫਰੀਦ ਜਾਂ ਵਾਰਿਸ ਸ਼ਾਹ। ਤਾਂ ਬਿਲਕੁਲ ਆਪਾਂ ਇਹ ਕਵਿਤਾ ਪੜ੍ਹੀ ਹੋਈ ਹੈ ਜੀ। ਇਸ ਦਾ ਸਹੀ ਆਨਸਰ ਹੈ ਦੂਸਰਾ ਆਪਸ਼ਨ ਬੁੱਲੇ ਸ਼ਾਹ। ਮੇਰੀ ਬੁੱਕਲ ਦੇ ਵਿੱਚ ਚੋਰ ਬੁੱਲੇ ਸ਼ਾਹ ਦੀ ਲਿਖੀ ਹੋਈ ਕਵਿਤਾ ਹੈ। ਪ੍ਰਸ਼ਨ ਨੰਬਰ ਚੌਥਾ ਦੇਖਦੇ ਹਾਂ, ਗਊ ਮੁਖਾ ਸ਼ੇਰ ਮੁਖਾ ਰਚਨਾ ਦੀ ਵੰਨਗੀ ਕੀ ਹੈ ਜੀ? ਕੀ ਇਹ ਨਾਵਲ ਹੈ ਜਾਂ ਇਕਾਂਗੀ ਹੈ ਜਾਂ ਕਾਵ ਸੰਗ੍ਰਹਿ ਹੈ ਜਾਂ ਨਾਟਕ ਹੈ ਜੀ? ਤਾਂ ਗਊ ਮੁਖਾ ਸ਼ੇਰ ਮੁਖਾ ਇਹ ਹੈ ਜੀ ਆਪਣੇ ਕੋਲੇ ਇਕਾਂਗੀ ਹੈ ਜੀ। ਦੂਸਰਾ ਆਪਸ਼ਨ ਇਕਾਂਗੀ ਹੈ। ਕੁਐਸਚਨ ਨੰਬਰ 5ਵਾਂ ਦੇਖਦੇ ਹਾਂ, ਗੁਰਮਤਿ ਕਾਵਿ ਵਿੱਚ ਕੌਣ ਸ਼ਾਮਿਲ ਨਹੀਂ ਹੈ ਜੀ? ਕੌਣ ਸ਼ਾਮਿਲ ਨਹੀਂ ਹੈ? ਗੁਰੂ ਨਾਨਕ ਦੇਵ ਜੀ, ਸ਼ੇਖ ਫਰੀਦ ਜੀ, ਭਾਈ ਗੁਰਦਾਸ ਜੀ ਜਾਂ ਗੁਰੂ ਅਰਜਨ ਦੇਵ ਜੀ। ਗੁਰਮਤਿ ਕਾਵਿ ਦੇ ਵਿੱਚ ਸ਼ੇਖ ਫਰੀਦ ਜੀ ਸ਼ਾਮਿਲ ਨਹੀਂ ਹੈ, ਕਿਉਂਕਿ ਸ਼ੇਖ ਫਰੀਦ ਜੀ ਸੂਫੀ ਕਾਵਿ ਦੇ ਜਿਵੇਂ ਕਵੀ ਹੈ ਜੀ, ਯਾਦ ਰੱਖਿਓ। ਪ੍ਰਸ਼ਨ ਨੰਬਰ 6ਵਾਂ, ਨਜਾਬਤ ਦੀ ਵਾਰ ਵਿੱਚ ਕਿਸ ਦੀ ਲੜਾਈ ਦਾ ਜ਼ਿਕਰ ਕੀਤਾ ਗਿਆ ਹੈ? ਨਾਦਰ ਸ਼ਾਹ ਦੇ ਹਮਲੇ ਦਾ, ਦੁਰਗਾ ਤੇ ਦੈਂਤਾਂ ਦੀ ਲੜਾਈ ਦਾ, ਔਰੰਗਜ਼ੇਬ ਤੇ ਸਿੰਘਾਂ ਦੀ ਲੜਾਈ ਦਾ ਜਾਂ ਮਹਾਭਾਰਤ ਦੇ ਬਾਰੇ। ਤਾਂ ਨਜਾਬਤ ਦੀ ਵਾਰ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਜੀ ਨਾਦਰ ਸ਼ਾਹ ਦੇ ਹਮਲੇ ਦਾ। ਪ੍ਰਸ਼ਨ ਨੰਬਰ 7ਵਾਂ ਦੇਖਦੇ ਹਾਂ, ਪਹਿਲਾ ਕਿੱਸਾ ਹੀਰ ਕਿਸ ਨੇ ਲਿਖਿਆ ਸੀਗਾ ਜੀ? ਪਹਿਲਾ ਕਿੱਸਾ ਹੀਰ ਪੀਲੂ ਨੇ, ਹਾਸ਼ਮ ਸ਼ਾਹ ਨੇ, ਵਾਰਿਸ ਸ਼ਾਹ ਨੇ ਜਾਂ ਦਮੋਦਰ ਨੇ। ਤਾਂ ਇਹ ਆਪਾਂ ਨੂੰ ਪਤਾ ਹੀ ਹੈ ਜੀ। ਇਸ ਦਾ ਸਹੀ ਆਨਸਰ ਆਏਗਾ ਫੋਰਥ ਆਪਸ਼ਨ ਦਮੋਦਰ। ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਚੱਲ ਰਿਹਾ ਜੀ, ਯਾਦ ਰੱਖਿਓ। ਇਹਨਾਂ ਦੇ ਵਿੱਚੋਂ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਪ੍ਰਸ਼ਨ ਨੰਬਰ 8ਵਾਂ, ਮੇਰਾ ਉਜੜਾ ਗੁਆਂਢੀ ਦਾ ਰਚਨਾਕਾਰ ਦੱਸੋ? ਨਾਨਕ ਸਿੰਘ, ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ ਜਾਂ ਸੰਤੋਖ ਸਿੰਘ ਧੀਰ। ਇਸ ਦਾ ਸਹੀ ਆਨਸਰ ਹੈ ਜੀ ਮੇਰਾ ਉਜੜਾ ਗੁਆਂਢੀ ਦਾ ਰਚਨਾਕਾਰ ਸੰਤੋਖ ਸਿੰਘ ਧੀਰ ਜੀ। ਇਹ ਸਾਰੀਆਂ ਹੀ ਰਚਨਾਵਾਂ ਆਪਾਂ +2 ਤੱਕ ਜਿਹੜੀ ਹੈ ਪੜ੍ਹੀਆਂ ਹੋਈਆਂ ਜੀ। ਜਿਵੇਂ ਕਿ ਤੁਹਾਡਾ ETT ਕੈਡਰ ਦਾ ਜਿਹੜਾ ਸਿਲੇਬਸ ਹੈ ਉਹ ਵੀ +2 ਤੱਕ ਜਿਵੇਂ ਸ਼੍ਰੇਣੀ ਤੱਕ ਮੈਂਸ਼ਨ ਕੀਤਾ ਗਿਆ ਜੀ। ਤਾਂ 6ਵੀਂ ਤੋਂ ਲੈ ਕੇ +2 ਤੱਕ ਆਪਾਂ ਨੂੰ ਜਿਹੜੀਆਂ ਰਚਨਾਵਾਂ ਅਤੇ ਉਹਨਾਂ ਦੇ ਰਚਨਾਕਾਰਾਂ ਦਾ ਨਾਮ ਪਤਾ ਹੋਣਾ ਚਾਹੀਦਾ ਹੈ। ਮੜੀਆਂ ਤੋਂ ਦੂਰ ਕਹਾਣੀ ਦਾ ਲੇਖਕ ਦੱਸੋ ਜੀ ਕੌਣ ਹੈ?
ਨਾਨਕ ਸਿੰਘ, ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ ਜਾਂ ਰਘੂਪੀਰ ਸਿੰਘ। ਮੜੀਆਂ ਤੋਂ ਦੂਰ ਇਸ ਦਾ ਸਹੀ ਆਂਸਰ ਹੈ ਜੀ ਫੋਰਥ ਆਪਸ਼ਨ ਰਘੂਬੀਰ ਸਿੰਘ। ਯਾਦ ਰੱਖਿਓ। ਪ੍ਰਸ਼ਨ ਨੰਬਰ 10ਵਾਂ, ਅੰਮ੍ਰਿਤਾ ਪ੍ਰੀਤਮ ਦੇ ਕਿਸ ਕਾਵਿ ਸੰਗ੍ਰਹਿ ਲਈ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ? ਸੁਨੇਹੜੇ, ਮੋਹਲੀ ਤੇ ਮਹਿੰਦੀ, ਨਾਗਮਣੀ ਜਾਂ ਸਰਗੀ ਵੇਲਾ। ਤਾਂ ਅੰਮ੍ਰਿਤਾ ਪ੍ਰੀਤਮ ਦੀ ਜਿਹੜੀ ਰਚਨਾ ਹੈ ਸੁਨੇਹੜੇ, ਇਸ ਰਚਨਾ ਦੇ ਲਈ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ ਸੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 11, ਫਰੀਦ ਜੀ ਦਾ ਕਿਹੜਾ ਸ਼ਲੋਕ 10ਵੀਂ ਸ਼੍ਰੇਣੀ ਦੀ ਕਿਤਾਬ ਵਿੱਚ ਹੈ? ਫਰੀਦਾ ਜੇ ਤੂੰ ਅਕਲ ਲਤੀਫ ਹੈ, ਦੂਸਰਾ ਹੈ ਫਰੀਦਾ ਜੇ ਤੂੰ ਮਹਾਨ ਮੁਕੀਆਂ, ਤੀਸਰਾ ਹੈ ਰੁੱਖੀ ਸੁੱਖੀ ਖਾਈ ਕੇ ਠੰਡਾ ਪਾਣੀ ਪੀਓ, ਚੌਥਾ ਹੈ ਇਹ ਸਾਰੇ। ਤਾਂ ਪ੍ਰਸ਼ਨ ਨੰਬਰ 11 ਦਾ ਆਨਸਰ ਹੈ ਜੀ ਫੋਰਥ ਆਪਸ਼ਨ। ਫਰੀਦ ਜੀ ਦੀ ਇਹ ਜਿਹੜੇ ਸ਼ਲੋਕ ਹੈ ਇਹ 10ਵੀਂ ਸ਼੍ਰੇਣੀ ਦੇ ਵਿੱਚੋਂ ਲਏ ਗਏ ਹੈ ਜੀ। ਪ੍ਰਸ਼ਨ ਨੰਬਰ 12, ਬੰਦੇ ਆਪ ਨੂੰ ਪਛਾਣ, ਇਹ ਸਤਰਾਂ ਕਿਸ ਦੀਆਂ ਹਨ? ਹਾਸ਼ਮ ਦੀਆਂ, ਸ਼ਾਹ ਹੁਸੈਨ, ਭਗਤ ਸਿੰਘ, ਭਗਤ ਪੂਰਨ ਜਾਂ ਕੋਈ ਨਹੀਂ। ਸਹੀ ਆਨਸਰ ਹੈ ਜੀ ਸ਼ਾਹ ਹੁਸੈਨ ਦੀਆਂ ਇਹ ਸਤਰਾਂ ਹਨ, ਬੰਦੇ ਆਪ ਨੂੰ ਪਛਾਣ। ਅੱਗੇ ਖਾਸ ਜਾਣਕਾਰੀ ਹੈ ਜੀ, ਜਿਹੜੇ ਸਟੂਡੈਂਟਸ ETT ਕੈਡਰ ਦੀ ਤਿਆਰੀ ਕਰ ਰਹੇ ਆ ਜੀ, ਤਾਂ ਸਾਵਲ ਕਲਾਸਿਸ ਦੇ ਵੱਲੋਂ ਬਿਲਕੁਲ ਫ੍ਰੀ WhatsApp ਗਰੁੱਪ ਬਣਾਇਆ ਗਿਆ ਜੀ। ਇਸ ਦੇ ਵਿੱਚ ਤੁਸੀਂ ਐਡ ਹੋਣ ਲਈ ਆਪਣਾ ਨੇਮ ਅਤੇ ETT ਜੌਬਸ ਟਾਈਪ ਕਰਕੇ ਇਹਨਾਂ ਕੰਟੈਕਟਸ ਨੰਬਰ ਦੇ ਉੱਪਰ ਤੁਸੀਂ ਸਿਰਫ ਤੋਂ ਸਿਰਫ WhatsApp ਮੈਸੇਜ ਕਰੋਗੇ। ਇਸ ਵੈਲਿਊਏਬਲ WhatsApp ਗਰੁੱਪ ਨਾਲ ਜੁੜ ਕੇ ਤੁਸੀਂ ETT ਕੈਡਰ ਦੀ ਤਿਆਰੀ ਦੇ ਵਿੱਚ ਜਿਹੜਾ ਹੈ ਉਹ ਬਹੁਤ ਵਧੀਆ ਜਿਹੜਾ ਫਾਇਦਾ ਤੁਸੀਂ ਲਓਗੇ। ਇਸ ਦੇ ਵਿੱਚ ਜਿਵੇਂ ਕਿ ਹਰੇਕ ਸਬਜੈਕਟ ਦੀ ਟੌਪਿਕਸ ਦੀ ਜਿਹੜੀ ਹੈ PDF ਸੈਂਡ ਕੀਤੀ ਜਾਂਦੀ ਹੈ ਅਤੇ ਇਸ ਦੇ ਨਾਲ ਹੋਰ ਵੀ ਬਹੁਤ ਸਾਰਾ ਜਿਹੜਾ ਮਟੀਰੀਅਲ ਇਸ ਦੇ ਵਿੱਚ ਤੁਹਾਨੂੰ ਫ੍ਰੀ ਦੇ ਵਿੱਚ ਜਿਹੜਾ ਹੈ ਪੜ੍ਹਨ ਨੂੰ ਮਿਲੇਗਾ, ਜੋ ਕਿ ਤੁਹਾਡੀ ਤਿਆਰੀ ਦੇ ਵਿੱਚ ਬਹੁਤ ਵਧੀਆ ਫਾਇਦਾ ਹੋਏਗਾ ਜੀ। ਤਾਂ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਸਾਵਲ ਕਲਾਸ ਦੇ ਵਿੱਚ ETT ਕੈਡਰ ਦੀ ਜਿਹੜੀ ਹੈ ਆਨਲਾਈਨ ਕੋਚਿੰਗ ਵੀ ਚੱਲਦੀ ਹੈ। ਜਿਹੜੇ ਸਾਥੀ ਆਨਲਾਈਨ ਕੋਚਿੰਗ ਘਰ ਬੈਠੇ ਹੀ ਇਸੇ ਤਰੀਕੇ ਨਾਲ ਕੋਚਿੰਗ ਲੈਣਾ ਚਾਹੁੰਦੇ ਹੈ ਤਾਂ ਉਹਨਾਂ ਲਈ ਥੋੜ੍ਹਾ ਜਿਹਾ ਦੱਸ ਦਈਏ ਕਿ ਇਸੇ ਤਰੀਕੇ ਨਾਲ ਰੋਜ਼ਾਨਾ ਲਾਈਵ ਕਲਾਸਿਸ ਚੱਲਦੀ ਹੈ ਜੀ। ਘੱਟੋ ਘੱਟ ਜਿਹੜੀ ਹੈ 4.5 ਘੰਟੇ ਕਲਾਸਿਸ ਹਰ ਦਿਨ ਜਿਹੜੀ ਚੱਲਦੀ ਹੈ। ਅਲੱਗ-ਅਲੱਗ ਸਬਜੈਕਟ ਬਿਲਕੁਲ ਅਲੱਗ-ਅਲੱਗ ਟੀਚਰਸ ਦੇ ਦੁਆਰਾ ਆਪਣੇ ਐਕਸਪੀਰੀਅੰਸ ਦੇ ਦੁਆਰਾ ਜਿਹੜੇ ਹੈ ਪੜ੍ਹਾਇਆ ਜਾਂਦਾ ਹੈ ਜੀ। ਇਸ ਦੇ ਵਿੱਚ ਹਰੇਕ ਸਬਜੈਕਟ ਦੀ, ਹਰੇਕ ਟੌਪਿਕ ਦੀ ਪੂਰੀ ਡਿਟੇਲ ਦੇ ਵਿੱਚ ਥਿਊਰੀ ਕਰਵਾਈ ਜਾਂਦੀ ਹੈ ਜੀ। ਜਦੋਂ ਆਪਾਂ ਨੂੰ ਕਿਸੇ ਟੌਪਿਕ ਦੀ ਪੂਰੀ ਥਿਊਰੀ ਦੇ ਜਾਂ ਦਾ ਡੂੰਘਾ ਅਧਿਐਨ ਹੋ ਜੇ ਤਾਂ ਫਿਰ ਮੰਨ ਕੇ ਚੱਲੋ ਵੀ ਆਪਣੀ ਜਿਹੜੀ ਤਿਆਰੀ ਆ ਇੱਕ ਚੰਗੇ ਲੈਵਲ ਦੇ ਉੱਪਰ ਪਹੁੰਚ ਜਾਂਦੀ ਹੈ। ਤਾਂ ਉਸਦੇ ਫਿਰ ਆਪਾਂ MCQs ਠੀਕ ਢੰਗ ਨਾਲ ਕਰ ਪਾਉਂਦੇ ਹਾਂ। ਤਾਂ ਇਸ ਦੇ ਨਾਲ ਹੀ ਜੋ ਹਰੇਕ ਸਬਜੈਕਟ ਦੀ ਜਿਹੜੀ PDF ਹੈ MCQs ਦੀ, ਉਹ ਤੁਹਾਨੂੰ WhatsApp ਗਰੁੱਪ ਦੇ ਵਿੱਚ ਤੁਹਾਨੂੰ ਮਿਲਿਆ ਕਰੇਗੀ, ਜੋ ਕਿ ਪੇਡ ਗਰੁੱਪ ਦਾ ਹੈ ਜੀ। ਠੀਕ ਹੈ, ਇਹ ਤੁਹਾਡੇ ਜੋ ਵੀਡੀਓ ਹੈ ਜੀ ਉਹ ਲੈਕਚਰਸ ਦੇ ਰੂਪ ਦੇ ਵਿੱਚ ਤੁਹਾਡੀ ਈਮੇਲ ID ਦੇ ਉੱਪਰ ਐਗਜ਼ਾਮ ਤੱਕ ਸੇਵ ਰਹੇਗੀ। ਤੁਸੀਂ ਵਾਰ-ਵਾਰ ਉਸ ਲੈਕਚਰਸ ਨੂੰ ਦੇਖ ਸਕਦੇ ਹੋ, ਵਾਰ-ਵਾਰ ਕਿਸੇ ਵੀ ਟੌਪਿਕ ਦਾ ਲੈਕਚਰ ਤੁਸੀਂ ਦੇਖ ਸਕਦੇ ਹੋ, ਆਪਣੀ ਜਿਹੜੀ ਹੈ ਵਧੀਆ ਲੈਵਲ ਦੀ ਤਿਆਰੀ ਕਰ ਸਕਦੇ ਹੋ। ਇਹ ਜਿਹੜੀ ਕੋਚਿੰਗ ਹੈ 2 ਮਹੀਨੇ ਜਾਂ ਇਸ ਤੋਂ ਕੁਝ ਦਿਨ ਉੱਪਰ ਵੀ ਜਿਹੜੀ ਹੈ ਚੱਲ ਸਕਦੀ ਹੈ ਜੀ। ਤਾਂ ਇਹਦੇ ਵਿੱਚ ਟਾਈਮ ਦਾ ਕੋਈ ਮਤਲਬ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ। ਠੀਕ ਹੈ, 2 ਮਹੀਨੇ ਦੇ ਵਿੱਚ ਸਿਲੇਬਸ ਜਾਂ ਉਸ ਤੋਂ ਉੱਪਰ ਵੀ ਜਿਹੜਾ ਹੈ ਸਿਲੇਬਸ ਜਿਹੜਾ ਹੈ ਆਪਾਂ ਕਵਰ ਕਰ ਸਕਦੇ ਹਾਂ। ਠੀਕ ਹੈ, ਟਾਈਮ ਦੀ ਜਾਂ ਮੰਥ ਦੀ ਕੋਈ ਚਿੰਤਾ ਨਹੀਂ ਹੈ। 2 ਮੌਕ ਟੈਸਟ ਲੈ ਕੇ ਸਟੂਡੈਂਟ ਦੀ ਇੱਕ ਚੰਗੇ ਲੈਵਲ ਦੇ ਉੱਪਰ ਤਿਆਰੀ ਕਰਵਾ ਦਿੱਤੀ ਜਾਂਦੀ। ਤਾਂ ਇੱਥੇ ਇੱਕ ਗੱਲ ਹੋਰ ਆਪਾਂ ਕਲੀਅਰ ਕਰ ਲਈਏ। ਦੇਖੋ, ਐਵਰੇਜ ਸਟੂਡੈਂਟਸ ਜੀ ਚੰਗੇ ਨੰਬਰ ਲੈ ਜਾਂਦੇ ਪੇਪਰ ਦੇ ਵਿੱਚ, ਪਰ ਗੱਲ ਹੈ ਕਿ ਸਿਲੈਕਸ਼ਨ ਉਸ ਦੀ ਹੀ ਹੁੰਦੀ ਹੈ ਜੋ ਕਿ ਬਾਕੀ ਐਵਰੇਜ ਸਟੂਡੈਂਟਸ ਨਾਲੋਂ ਚੰਗੇ ਅੰਕ ਲੈ ਕੇ ਜਾਂਦੇ ਆ ਜੀ। ਉਹ ਚੰਗੇ ਅੰਕ ਲਈ ਇੱਕ ਚੰਗੀ ਕੋਚਿੰਗ ਲੈਣਾ ਵੀ ਜ਼ਰੂਰੀ ਹੈ, ਕਿਉਂਕਿ ਸਾਵਲ ਕਲਾਸ ਦੇ ਵਿੱਚ ਜਿਹੜੀ ਹੈ ਇੱਕ ਸਾਵਲ ਕਲਾਸ ਇਸ ਚੰਗੀ ਕੋਚਿੰਗ ਦੇ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਰਹੀ ਹੈ ਜੀ। ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 13, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧੂ ਤੂੰ ਹੈ ਮੇਰਾ ਭਰਾਤਾ। ਇਹ ਰਚਨਾ ਕਿਸ ਕਵੀ ਦੀ ਹੈ ਜੀ? ਗੁਰੂ ਅਰਜਨ ਦੇਵ ਜੀ ਦੀ, ਗੁਰੂ ਨਾਨਕ ਦੇਵ ਜੀ, ਭਾਈ ਗੁਰਦਾਸ ਜੀ ਜਾਂ ਭਾਈ ਵੀਰ ਸਿੰਘ। ਤਾਂ ਇਸ ਦਾ ਸਹੀ ਆਨਸਰ ਹੈ ਜੀ ਦੂਸਰਾ ਆਪਸ਼ਨ, ਇਹ ਗੁਰੂ ਨਾਨਕ ਦੇਵ ਜੀ ਦੀਆਂ ਸਤਰਾਂ ਹਨ। ਪ੍ਰਸ਼ਨ ਨੰਬਰ 14, ਕਾਦਰ ਯਾਰ ਦੀ ਕਿਹੜੀ ਰਚਨਾ 10ਵੀਂ ਸ਼੍ਰੇਣੀ ਵਿੱਚ ਹੈ ਜੀ?
ਹੁਣ 10वीं ਸ਼੍ਰੇਣੀ ਦੀ ਗੱਲ ਇੱਥੇ ਤਾਂ ਕੀਤੀ ਹੈ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਆਪਣਾ ਜਿਹੜਾ ਸਿਲੇਬਸ ਹੈ ਉਹ +2 ਤੱਕ ਦਾ ਹੈ ਜੀ। 6ਵੀਂ ਤੋਂ ਲੈ ਕੇ +2 ਤੱਕ ਦੇ ਵਿੱਚ ਜਿੰਨੀਆਂ ਵੀ ਰਚਨਾਵਾਂ ਹਨ, ਉਹਨਾਂ ਰਚਨਾਵਾਂ ਦੇ ਨਾਮ ਅਤੇ ਉਹਨਾਂ ਦੇ ਰਚਨਾਕਾਰਾਂ ਦੇ ਨਾਮ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਪੇਪਰ ਦੇ ਵਿੱਚ ਪੂਰੇ ਚਾਂਸ ਹੈ ਇਹਨਾਂ ਦੀ ਰਚਨਾਵਾਂ ਦੇ ਰਚਨਾਕਾਰਾਂ ਦੇ ਨਾਮ ਪੁੱਛਣ ਦੇ ਬਾਰੇ। ਤਾਂ ਕਾਦਰ ਯਾਰ ਦੀ ਰਚਨਾ 10ਵੀਂ ਦੇ ਵਿੱਚੋਂ ਕਿਹੜੀ ਲਈ ਗਈ ਹੈ ਜੀ, ਦੇਖਦੇ ਹਾਂ। ਹੀਰ ਰਾਂਝਾ, ਰਾਜਾ ਰਸਾਲੂ, ਭਗਤ ਪੂਰਨ ਜਾਂ ਕੋਈ ਨਹੀਂ। ਇਸ ਦਾ ਸਹੀ ਆਂਸਰ ਹੈ ਜੀ ਤੀਸਰਾ ਆਪਸ਼ਨ, ਭਗਤ ਪੂਰਨ। याद रखो। प्रश्न नंबर 15 जी, मेरा मन लोचै गुरदर्शन ताई, ये रचना किस दी है जी? गुरु अर्जन देव जी, गुरु धनीराम चातरिक, भाई गुरदास जी ਜਾਂ गुरु नानक देव जी। ਤਾਂ ਇਹ ਬਿਲਕੁਲ ਆਪਾਂ ਪੜ੍ਹੀਆਂ ਹੋਈਆਂ ਜੀ ਰਚਨਾਵਾਂ ਸਾਰੀਆਂ ਦੀ ਸਾਰੀਆਂ। ਤਾਂ ਇਹਨਾਂ ਦੇ ਵਿੱਚੋਂ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, इसका रचनाकार है जी ऑप्शन नंबर 1 गुरु अर्जन देव जी। तो थोड़ा जा लॉजिक याद रख लिया करो। मेरा मन लोचै गुरदर्शन ताई, गुरदर्शन अर्जन देव, नाम थोड़ा जा मैच करता है, याद रख लो। प्रश्न नंबर 16, हरनी होवा बन वसा रचना किसदी है? गुरु नानक देव जी, धनीराम चातरिक, भाई गुरदास जी ਜਾਂ अमरदास जी। हरनी होवा बन वसा, इसका सही आंसर है जी पहला ऑप्शन गुरु नानक देव जी। 17 नंबर देखते हैं आप, 7वीं श्रेणी की रचना मिल्खी दा विआह का रचनाकार कौन है? रजिंदर कौर, चरण सिंह शहीद, जंग सिंह फट्टड़ ਜਾਂ गुरनाम सिंह तीर। इसका सही आंसर है जी मिल्खी दा विआह, जो रचनाकार है रजिंदर कौर जी। प्रश्न नंबर 18, किरत दा सत्कार दा रचनाकार दसो जी कौन है? डॉक्टर हरचरण सिंह, डॉक्टर गुरनाम सिंह, डॉक्टर गुरदयाल सिंह ਜਾਂ कुलदीप सिंह तीर। इसका सही आंसर है जी पहला ऑप्शन किरत दा सत्कार, डॉक्टर हरचरण सिंह जी की रचना है। याद रखियो जी, ये बहुत ही इंपॉर्टेंट जी रचनावां हाँ। आप क्वेश्चन कर रहे हैं जी। क्वेश्चन नंबर 29 देखो, गुरमत काव्य के कवि दसो जी। गुरु अर्जन देव जी, गुरु नानक देव जी, गुरु अंगद देव जी, गुरु रामदास जी ਜਾਂ ਸਾਰੇ। इसका सही आंसर है जी 5th ऑप्शन, ये सारे जी। ये सारे ही गुरमत काव्य के कवि हैं। क्वेश्चन नंबर आप आगे देखते हैं जी 20 नंबर, सूफी काव्य के कवि दसो जी कौन कौन है? शेख फरीद ਜਾਂ शाह हुसैन ਜਾਂ बुल्ले शाह ਜਾਂ ਸਾਰੇ। ਤਾਂ सूफी काव्य के ये सारे ही कवि हैं जी। ऑप्शन इसका 4th ऑप्शन सारे। सूफी काव्य के कवि कौन कौन है? शेख फरीद, शाह हुसैन ते बुल्ले शाह। प्रश्न नंबर 21, किस्सा काव्य के कवि दसो जी कौन है? किस्सा काव्य पिल्लू ਜਾਂ वारिस शाह ਜਾਂ हाशम ਜਾਂ कादरयार ਜਾਂ सारे। तो किस्सा काव्य के ये सारे ही कवि हैं जी। ऑप्शन नंबर 5वां इसका सही आंसर है जी। ये सारे तुसीं साथियों याद रखियो, इन्हां दे विचों क्वेश्चन आउण दी पूरी संभावना है जी। क्वेश्चन नंबर 22 देखो, बीर काव्य के कवि दसो जी कौन है? बीर काव्य नजाबत, शाह मुहम्मद ਜਾਂ गुरु गोबिंद सिंह ਜਾਂ ਸਾਰੇ। तो वीर काव्य के ये सारे ही कवि हैं जी। किहड़े किहड़े? नजाबत, शाह मुहम्मद, गुरु गोबिंद सिंह। क्वेश्चन नंबर 23 जी, सूफी काव्य के मोढी कौन सन जी? सूफी काव्य के मोढी कौन सन? शेख फरीद, शाह हुसैन, बुल्ले शाह ਜਾਂ ਸਾਰੇ। ਤਾਂ सूफी काव्य के मोढी शेख फरीद जी। बहुत ही इंपॉर्टेंट क्वेश्चन है जी, याद रखियो। क्वेश्चन नंबर 24, एक पैर घट तुरना रचना का लेखक दसो जी कौन है? अजीत कौर, गुरचरण सिंह भुल्लर, मोहन भंडारी ਜਾਂ वरियाम सिंह जी। ये रचना आप पढ़ी हुई है जी। एक पैर घट तुरना, इसका सही आंसर है जी पहला ऑप्शन अजीत कौर की ये रचना है। अगे बढ़ते हैं जी क्वेश्चन नंबर 25 के उपर,
ਨਾਇਕ ਇਕਾਂਗੀ ਦਾ ਲੇਖਕ ਦੱਸੋ ਜੀ ਕੌਣ ਹੈ? ਬਲਵੰਤ ਸਿੰਘ, ਗੁਰਚਰਨ ਸਿੰਘ ਭੁੱਲਰ, ਗੁਰਸ਼ਰਨ ਸਿੰਘ ਜਾਂ ਹਰਚਰਨ ਸਿੰਘ ਜੀ। ਤਾਂ ਨਾਇਕ ਦਾ ਜਿਹੜਾ ਰਚਨਾਕਾਰ ਹੈ ਜੀ ਉਹ ਹੈ ਤੀਸਰਾ ਆਪਸ਼ਨ ਗੁਰਸ਼ਰਨ ਸਿੰਘ। ਯਾਦ ਰੱਖਿਓ, ਨਾਇਕ ਇਕਾਂਗੀ ਦਾ ਲੇਖਕ ਗੁਰਸ਼ਰਨ ਸਿੰਘ ਜੀ। ਕੁਐਸਚਨ ਨੰਬਰ 26 ਦੇਖਦੇ ਹਾਂ। ਗੁਰਮਤਿ ਕਾਵਿ ਹੈ ਜੀ ਇੱਥੇ। ਗੁਰਮਤਿ ਕਾਵਿ ਦਾ ਕਵੀ ਕੌਣ ਨਹੀਂ ਹੈ ਜੀ? ਗੁਰੂ ਗੋਬਿੰਦ ਸਿੰਘ, ਭਾਈ ਗੁਰਦਾਸ ਜੀ, ਗੁਰੂ ਰਾਮਦਾਸ ਜੀ ਜਾਂ ਗੁਰੂ ਅੰਗਦ ਦੇਵ ਜੀ। ਤਾਂ ਆਪਾਂ ਨੂੰ ਪਤਾ ਹੀ ਹੈ ਇਸ ਦਾ ਸਹੀ ਆਨਸਰ ਆਏਗਾ ਪਹਿਲਾ ਆਪਸ਼ਨ ਗੁਰੂ ਗੋਬਿੰਦ ਸਿੰਘ ਜੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਵੀਰ ਕਾਵਿ ਦੇ ਜਿਹੜੇ ਹੈ ਕਵੀ ਹਨ ਜੀ। ਪ੍ਰਸ਼ਨ ਨੰਬਰ 27, ਕਿੱਸਾ ਕਾਵਿ ਦਾ ਕਵੀ ਕੌਣ ਨਹੀਂ ਹੈ ਜੀ? ਕਿੱਸਾ ਕਾਵਿ ਪੀਲੂ, ਵਾਰਿਸ ਸ਼ਾਹ, ਹਾਸ਼ਮ ਜਾਂ ਨਿਜ਼ਾਬਤ। ਤਾਂ ਇਸ ਦਾ ਸਹੀ ਆਨਸਰ ਹੈ ਜੀ ਤੀਸਰਾ ਆਪਸ਼ਨ ਹਾਸ਼ਮ, ਜੋ ਕਿ ਕਿੱਸਾ ਕਾਵਿ ਦਾ ਕਵੀ ਨਹੀਂ ਹੈ। ਬਾਕੀ ਯਾਦ ਰੱਖਿਓ ਕਿੱਸਾ ਕਾਵਿ ਦੇ ਕਵੀ ਕੌਣ ਕੌਣ ਹਨ? ਪੀਲੂ, ਵਾਰਿਸ ਸ਼ਾਹ ਤੇ ਨਿਜ਼ਾਬਤ। ਕੁਐਸਚਨ ਨੰਬਰ 28, ਗੁਰਮਤਿ ਕਾਵਿ ਦਾ ਕਵੀ ਕੌਣ ਨਹੀਂ ਹੈ ਜੀ? ਗੁਰੂ ਗੋਬਿੰਦ ਸਿੰਘ ਜੀ, ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ ਜਾਂ ਗੁਰੂ ਰਾਮਦਾਸ ਜੀ। ਤਾਂ ਗੁਰਮਤਿ ਕਾਵਿ ਦਾ ਕਵੀ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨਹੀਂ ਹੈ ਜੀ। ਕੁਐਸਚਨ ਨੰਬਰ 29, ਦੇਖ ਪਰਾਈਆਂ ਚੰਗੀਆਂ ਰਚਨਾ ਦਾ ਲੇਖਕ ਦੱਸੋ ਜੀ ਕੌਣ ਹੈ? ਭਾਈ ਗੁਰਦਾਸ ਜੀ ਜਾਂ ਗੁਰੂ ਨਾਨਕ ਦੇਵ ਜੀ ਜਾਂ ਸ਼ੇਖ ਫਰੀਦ ਜੀ ਜਾਂ ਸ਼ਾਹ ਹੁਸੈਨ ਜੀ। ਦੇਖ ਪਰਾਈਆਂ ਚੰਗੀਆਂ ਦਾ ਰਚਨਾਕਾਰ ਹੈ ਜੀ ਭਾਈ ਗੁਰਦਾਸ ਜੀ। ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਜੀ ਕਿ ਸਾਵਲ ਕਲਾਸਿਸ ਦੇ ਵਿੱਚ ETT ਕੈਡਰ ਦੀ ਆਨਲਾਈਨ ਕੋਚਿੰਗ ਦਿੱਤੀ ਜਾਂਦੀ ਹੈ। ਜਿਹੜੇ ਸਾਥੀ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਹੈ ਤਾਂ ਜਲਦੀ ਤੋਂ ਜਲਦੀ ਸਾਵਲ ਕਲਾਸਿਸ ਦੇ ਵਿੱਚ ਜਿਹੜਾ ਹੈ ਕੰਟੈਕਟ ਕਰ ਸਕਦੇ ਹੋ। ਇਸ ਦੇ ਨਾਲ ਹੀ ਫ੍ਰੀ WhatsApp ਗਰੁੱਪ ਚੱਲ ਰਿਹਾ ਜੀ, ਜਿਸ ਦੇ ਵਿੱਚ ਕਿ PDF ਵਗੈਰਾ ਜਿਹੜੀ ਸੈਂਡ ਕੀਤੀ ਜਾਂਦੀ ਹੈ। ਤਾਂ ਉਸ ਫ੍ਰੀ WhatsApp ਗਰੁੱਪ ਦੇ ਨਾਲ ਵੀ ਤੁਸੀਂ ਜ਼ਰੂਰ ਜੁੜੋ ਤਾਂ ਜੋ ਤੁਹਾਡੀ ਤਿਆਰੀ ਦੇ ਵਿੱਚ ਜਿਹੜਾ ਹੈ ਇੱਕ ਚੰਗਾ ਵਾਧਾ ਹੋ ਸਕੇ। ਪ੍ਰਸ਼ਨ ਨੰਬਰ 30 ਦੇਖੋ ਜੀ, ਬਰਸਾਤ ਦੀ ਇੱਕ ਸ਼ਾਮ ਦਾ ਰਚਨਾਕਾਰ ਕੌਣ ਹੈ? ਬਾਬਾ ਬਲਵੰਤ, ਅੰਮ੍ਰਿਤਾ ਪ੍ਰੀਤਮ, ਤਾਰਾ ਸਿੰਘ ਜਾਂ ਪ੍ਰੋਫੈਸਰ ਮੋਹਨ ਸਿੰਘ ਜੀ। ਤਾਂ ਬਰਸਾਤ ਦੀ ਇੱਕ ਸ਼ਾਮ ਜਿਹੜੀ ਰਚਨਾ ਹੈ ਉਹ ਬਾਬਾ ਬਲਵੰਤ ਦੀ ਰਚਨਾ ਹੈ। ਤਾਂ ਜਿਹੜੇ ਸਾਥੀ ਨੇ YouTube ਚੈਨਲ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ। ਜੇ ਤੁਹਾਨੂੰ ਅੱਜ ਦੇ ਕੁਐਸਚਨ ਵਧੀਆ ਲੱਗ ਰਹੇ ਹਨ ਜੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਅਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦੇਣਾ ਜੀ। ਪ੍ਰਸ਼ਨ ਨੰਬਰ 31, ਲੋਰੀ ਕਿਸ ਦੀ ਰਚਨਾ ਹੈ ਜੀ? ਤਾਰਾ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ ਜਾਂ ਪ੍ਰੋਫੈਸਰ ਪੂਰਨ ਸਿੰਘ ਜੀ। ਤਾਂ ਸਹੀ ਆਨਸਰ ਹੈ ਜੀ ਪਹਿਲਾ ਆਪਸ਼ਨ ਲੋਰੀ ਰਚਨਾ ਹੈ ਜਿਹੜੀ ਉਹ ਤਾਰਾ ਸਿੰਘ ਦੀ ਹੈ। ਪ੍ਰਸ਼ਨ ਨੰਬਰ 32, ਚੜ੍ਹ ਚੁਬਾਰੇ ਸੁੱਤਿਆ ਰਚਨਾ ਦਾ ਜਿਹੜੀ ਵੰਨਗੀ ਹੈ ਉਹ ਕੀ ਹੈ ਜੀ? ਚੜ੍ਹ ਚੁਬਾਰੇ ਸੁੱਤਿਆ ਢੋਲਾ ਹੈ ਜਾਂ ਸੁਹਾਗ ਹੈ ਜਾਂ ਘੋੜੀਆਂ ਜਾਂ ਬੋਲੀਆਂ। ਚੜ੍ਹ ਚੁਬਾਰੇ ਸੁੱਤਿਆ ਇਹ ਹੈ ਜੀ ਸੁਹਾਗ ਜੀ, ਯਾਦ ਰੱਖਿਓ। ਕੁਐਸਚਨ ਨੰਬਰ 33, ਨਿੱਕੀ ਨਿੱਕੀ ਬੂੰਦੀ ਰਚਨਾ ਦੀ ਵੰਨਗੀ ਕੀ ਹੈ ਜੀ? ਘੋੜੀਆਂ ਜਾਂ ਸੁਹਾਗ ਜਾਂ ਢੋਲਾ ਜਾਂ ਬੋਲੀਆਂ। ਨਿੱਕੀ ਨਿੱਕੀ ਬੂੰਦੀ ਇਹ ਘੋੜੀਆਂ ਹੈ ਜੀ। ਤਾਂ ਇਹ ਜਿੰਨੀਆਂ ਵੀ ਆਪਾਂ ਰਚਨਾਵਾਂ ਕੀਤੀਆਂ ਹੈ ਇਹ ਆਪਾਂ +2 ਤੱਕ ਪੜ੍ਹ ਚੁੱਕੇ ਹਾਂ ਜੀ। ਪ੍ਰਸ਼ਨ ਨੰਬਰ 34 ਦੇਖੋ, ਦੇਈ ਦੇਈ ਬਾਬਲਾ ਰਚਨਾ ਦੀ ਵੰਨਗੀ ਕਿਹੜੀ ਹੈ ਜੀ? ਕਵਿਤਾ, ਕਹਾਣੀ, ਗਜ਼ਲ ਜਾਂ ਕੋੜੀਆਂ। ਇਸ ਦਾ ਸਹੀ ਆਨਸਰ ਹੈ ਜੀ ਇਹ ਕਵਿਤਾ ਹੈ, ਦੇਈ ਦੇਈ ਵੇ ਬਾਬਲਾ। 35 ਨੰਬਰ ਜੀ, ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਰਚਨਾ ਦੀ ਵੰਨਗੀ ਕੀ ਹੈ ਜੀ? ਢੋਲਾ, ਟੱਪਾ, ਬੋਲੀਆਂ ਜਾਂ ਸੁਹਾਗ। ਕੀ ਵੰਨਗੀ ਹੈ ਜੀ ਇਹ? ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਜੀ। ਇਸ ਦਾ ਸਹੀ ਆਨਸਰ ਹੈ ਜੀ ਤੀਸਰਾ ਆਪਸ਼ਨ ਇਹ ਬੋਲੀਆਂ ਹਨ ਜੀ, ਬੋਲੀਆਂ। ਤਾਂ ਸਾਥੀਓ ਇਹ ਆਪਾਂ ਰਚਨਾਵਾਂ ਦੇ ਵਿੱਚੋਂ ਕੁਝ ਰਚਨਾਵਾਂ ਕੀਤੀਆਂ ਜੀ ਜੋ ਕਿ ਮੋਸਟ ਇੰਪੋਰਟੈਂਟ ਹੈ। ਇਹਨਾਂ ਨੂੰ ਇਸ ਵੀਡੀਓ ਨੂੰ ਤੁਸੀਂ ਵਾਰ-ਵਾਰ ਦੇਖੋ, ਸਮਝਣ ਦੀ ਕੋਸ਼ਿਸ਼ ਕਰੋ, ਯਾਦ ਕਰੋ ਜੀ। ਇਹਨਾਂ ਦੇ ਵਿੱਚੋਂ ਉਮੀਦ ਹੈ ਕਿ ਕੁਐਸਚਨ ਜਿਹੜਾ ਹੈ ਪੇਪਰ ਦੇ ਵਿੱਚ ਆ ਸਕਦੇ ਹੈ।
ਇਸ ਦੇ ਨਾਲ ਹੀ ਇੱਕ ਹੋਰ ਖਾਸ ਜਾਣਕਾਰੀ ਦੇ ਦਈਏ ਕਿ ਈਟੀਟੀ ਕੈਡਰ ਅਤੇ ਮਾਸਟਰ ਕੈਡਰ ਦੀ ਹਰੇਕ ਸਬਜੈਕਟ ਦੀ ਤਿਆਰੀ ਪੀਐਸਟੈਟ ਦੀ, ਐਸਟੈਟ ਦੀ ਜਾਂ ਪੰਜਾਬ ਦੀ ਹੋਰ ਕੰਪੀਟੀਸ਼ਨ ਐਗਜ਼ਾਮਸ ਦੀ, ਇਸ ਦੇ ਨਾਲ ਬੈਂਕਿੰਗ ਦੀ, ਐਸਐਸਸੀ ਦੀ, ਇਸ ਦੇ ਨਾਲ ਜੀ ਮਤਲਬ ਪੂਰੇ ਸੈਂਟਰ ਲੈਵਲ ਦੀ ਵੀ ਜਿਹੜੀ ਹੈ ਕੋਈ ਵੀ ਜਿਹੜਾ ਹੈ ਕੰਪੀਟੀਸ਼ਨ ਐਗਜ਼ਾਮ ਉਸ ਦੀ ਤਿਆਰੀ ਜਿਹੜੀ ਹੈ ਸਾਵਲ ਕਲਾਸ ਦੇ ਵਿੱਚ ਕੀਤੀ ਜਾਂਦੀ ਹੈ। ਤਾਂ ਸਾਥੀਓ ਇਹ ਈਟੀਟੀ ਕੈਡਰ ਤੇ ਧਮਾਕੇਦਾਰ ਸੀਰੀਜ਼ ਦੇ ਆਪਣੇ ਜਿਹੜੇ ਕੁਐਸਚਨ 700 ਪੂਰੇ ਹੁੰਦੇ ਆ ਜੀ। ਤਾਂ ਪਿਛਲੀ ਵੀਡੀਓਜ਼ ਜਿੰਨੀਆਂ ਵੀ ਆਪਾਂ ਲੈਕਚਰ ਦੇ ਰੂਪ 'ਚ ਲਗਾਈਆਂ ਉਹ ਸਾਰੇ ਵੀਡੀਓਜ਼ ਤੁਸੀਂ ਜ਼ਰੂਰ ਦੇਖ ਲੈਣਾ ਜੀ, ਤਾਂ ਜੋ ਤੁਹਾਡੀ ਤਿਆਰੀ ਦੇ ਵਿੱਚ ਇੱਕ ਜਿਹੜਾ ਚੰਗਾ ਵਾਧਾ ਹੋ ਸਕੇ। ਜਿਹੜੇ ਸਾਥੀਆਂ ਨੇ ਸਾਵਲ ਕਲਾਸ ਦੇ ਵਿੱਚੋਂ ਕੋਚਿੰਗ ਲੈਣੀ ਹੈ ਤਾਂ ਜਲਦੀ ਤੋਂ ਜਲਦੀ ਸਾਵਲ ਕਲਾਸ ਦੇ ਵਿੱਚ ਕੰਟੈਕਟ ਕਰ ਸਕਦੇ ਆ ਜੀ। ਠੀਕ ਜੀ, ਥੈਂਕ ਯੂ ਵੈਰੀ ਮੱਚ।